ਪਿਆਰੇ ਵਿਦਿਆਰਥੀਓ, ਅੱਜ ਅਸੀਂ ਕੋਆਰਡੀਨੇਟ ਜਿਓਮੈਟਰੀ, ਜਿਸ ਨੂੰ ਅਸੀਂ ਨਿਰਦੇਸ਼ ਅੰਕ ਜਮਾਇਤੀ ਵੀ ਆਖਦੇ ਹਾਂ, ਇਸ ਅਧੀਨ ਦੂਰੀ ਸੂਤਰ ਜਾਂ ਡਿਸਟੈਂਸ ਫਾਰਮੂਲਾ ਇਸ ਦੇ ਬਾਰੇ ਐਕਟੀਵਿਟੀ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਕੁਝ ਜ਼ਰੂਰੀ ਸੰਕਲਪਾਂ ਨੂੰ ਜਾਣਾਂਗੇ ਤਾਂ ਕਿ ਇਹ ਐਕਟੀਵਿਟੀ ਕਰਨੀ ਸਾਡੇ ਲਈ ਆਸਾਨ ਬਣ ਜਾਵੇ। ਤੁਸੀਂ ਆਪਣੀ ਸਕਰੀਨ ਦੇ ਉੱਪਰ ਇੱਕ ਸੰਖਿਆ ਰੇਖਾ ਅਤੇ ਬਿੰਦੂ A ਵੇਖ ਰਹੇ ਹੋ। ਅਸੀਂ ਬੜੀ ਆਸਾਨੀ ਦੇ ਨਾਲ ਇਹ ਬਿੰਦੂ A ਨੂੰ ਇਸ ਸੰਖਿਆ ਰੇਖਾ ਦੇ ਉੱਪਰ ਦਰਸਾ ਦਿੱਤਾ ਹੈ ਅਤੇ ਅਸੀਂ ਸਾਰੇ ਬੜੀ ਆਸਾਨੀ ਨਾਲ ਇਸ ਦੀ ਲੋਕੇਸ਼ਨ ਨੂੰ ਦੱਸ ਸਕਦੇ ਹਾਂ। ਪਰੰਤੂ ਜੇਕਰ ਇਸ ਸਥਿਤੀ ਦੇ ਵਿੱਚ ਦੇਖੀਏ ਤਾਂ ਬਿੰਦੂ A ਦੀ ਸਥਿਤੀ ਨੂੰ ਦੱਸਣਾ ਉਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਇਹ ਸੰਖਿਆ ਰੇਖਾ ਦੇ ਉੱਪਰ ਸਥਿਤ ਨਾ ਹੋ ਕੇ ਕਿਸੇ ਹੋਰ ਸਥਾਨ ਦੇ ਉੱਪਰ ਸਥਿਤ ਹੈ। ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਗ੍ਰੇਟ ਫ੍ਰੈਂਚ ਮੈਥਮੈਟੀਸ਼ੀਅਨ ਐਂਡ ਫਿਲਾਸਫਰ ਰੇਨੇ ਡੈਕਾਰਟ ਨੇ ਸਾਨੂੰ ਇੱਕ ਸਿਸਟਮ ਦਿੱਤਾ, ਜਿਸ ਨੂੰ ਅਸੀਂ ਉਹਨਾਂ ਦੇ ਸਤਿਕਾਰ ਦੇ ਵਜੋਂ ਕਾਰਟੀਜ਼ਨ ਸਿਸਟਮ ਦੇ ਨਾਮ ਦੇ ਨਾਲ ਜਾਣਦੇ ਹਾਂ। ਪਹਿਲਾਂ ਤੋਂ ਮੌਜੂਦ ਸੰਖਿਆ ਰੇਖਾ ਨੂੰ ਰੇਨੇ ਡੈਕਾਰਟ ਨੇ 90 ਡਿਗਰੀ ਤੱਕ ਐਂਟੀ ਕਲੌਕਵਾਈਜ਼ ਘੁਮਾ ਦਿੱਤਾ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਸਾਹਮਣੇ ਆਇਆ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਐਕਸ ਧੁਰੇ ਦਾ ਜਾਂ ਸੰਖਿਆ ਰੇਖਾ ਦਾ ਪੋਜ਼ਿਟਿਵ ਪਾਰਟ ਸੀ, ਉਹ ਵਾਈ ਧੁਰੇ ਦਾ ਸਾਡੇ ਕੋਲ ਪੋਜ਼ਿਟਿਵ ਪਾਰਟ ਬਣਿਆ ਤੇ ਜੋ ਇਸ ਦਾ ਨੈਗੇਟਿਵ ਪਾਰਟ ਸੀ ਉਹ ਵਾਈ ਧੁਰੇ ਦਾ ਨੈਗੇਟਿਵ ਪਾਰਟ ਬਣਿਆ। ਹੁਣ ਸਾਡੇ ਕੋਲ ਦੋ ਧੁਰੇ ਐਕਸ ਅਤੇ ਵਾਈ ਸਾਡੇ ਕੋਲ ਆ ਗਏ ਤੇ ਇਸ ਸਿਸਟਮ ਦੇ ਵਿੱਚ ਅਸੀਂ ਜੋ ਸਾਨੂੰ ਦਿੱਤਾ ਹੋਇਆ ਬਿੰਦੂ A ਸੀ, ਉਸ ਨੂੰ ਬੜੀ ਸਟੀਕਤਾ ਦੇ ਨਾਲ ਦਰਸਾਉਣ ਦੇ ਯੋਗ ਹੋ ਗਏ। ਇਸ ਤਰ੍ਹਾਂ ਅਸੀਂ ਬਿੰਦੂ A ਨੂੰ ਸਹੀ ਢੰਗ ਨਾਲ ਬੜੀ ਐਕੂਰੇਸੀ ਦੇ ਨਾਲ ਉਸ ਨੂੰ ਲੋਕੇਟ ਕਰ ਲਿਆ ਤੇ ਇੱਥੇ ਸਾਡੇ ਕੋਲ ਇਸ ਦੇ ਨਿਰਦੇਸ਼ ਅੰਕ 2,1 ਭਾਵ ਇੱਥੇ ਸਾਡੇ ਕੋਲ x ਦਾ ਜੋ ਮੁੱਲ ਹੈ 2 ਹੈ, y ਦਾ ਮੁੱਲ 1 ਹੈ, ਉਹ ਪ੍ਰਾਪਤ ਹੋਇਆ। ਹੁਣ ਅਸੀਂ ਇਸ ਨੂੰ ਥੋੜ੍ਹਾ ਹੋਰ ਵਿਸਥਾਰ ਦੇ ਨਾਲ ਸਮਝਦੇ ਹਾਂ। ਸਾਡੇ ਕੋਲ ਇਸ ਤਰ੍ਹਾਂ ਧੁਰਾ x ਅਤੇ ਧੁਰਾ y, ਇਹ ਦੋਵੇਂ ਜਿਸ ਬਿੰਦੂ ਉੱਤੇ ਕੱਟਦੇ ਹਨ ਉਸ ਨੂੰ ਓਰੀਜਨ ਜਾਂ ਮੂਲ ਬਿੰਦੂ ਆਖਿਆ ਜਾਂਦਾ ਹੈ। ਇਹਨਾਂ ਦੋਵਾਂ ਧੁਰਿਆਂ ਨੇ ਮਿਲ ਕੇ ਇਸ ਪੂਰੇ ਤਲ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ। ਇਹ 4 ਹਿੱਸੇ ਬਣ ਗਏ ਹਨ। ਹਰੇਕ ਹਿੱਸੇ ਨੂੰ ਅਸੀਂ 1/4 ਜਾਂ ਚੌਥਾਈ ਆਖਦੇ ਹਾਂ। ਹਰੇਕ ਚੌਥਾਈ ਵਿੱਚ ਆਪਣਾ ਆਪਣਾ ਜੋ ਸਿਸਟਮ ਹੈ ਉਹ ਲਾਗੂ ਹੁੰਦਾ ਹੈ। ਜਿਸ ਤਰ੍ਹਾਂ ਪਹਿਲੀ ਚੌਥਾਈ ਦੇ ਵਿੱਚ x ਅਤੇ y ਦੋਨੇ ਪੋਜ਼ਿਟਿਵ, ਦੂਜੀ ਚੌਥਾਈ ਦੇ ਵਿੱਚ x ਨੈਗੇਟਿਵ ਅਤੇ y ਪੋਜ਼ਿਟਿਵ, ਤੀਜੇ ਦੇ ਵਿੱਚ x ਅਤੇ y ਦੋਨੇ ਹੀ ਨੈਗੇਟਿਵ, ਚੌਥੇ ਜਿਹੜੀ ਚੌਥਾਈ ਹੈਗੀ ਆ ਉਸ ਦੇ ਵਿੱਚ ਸਾਡੇ ਕੋਲ x ਪੋਜ਼ਿਟਿਵ ਤੇ y ਨੈਗੇਟਿਵ ਹੁੰਦੀ ਹੈ। ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਆਮ ਜ਼ਿੰਦਗੀ ਦੇ ਵਿੱਚ ਇਸ ਸਿਸਟਮ ਦੀ ਕੀ ਅਹਿਮੀਅਤ ਹੈ ਜਾਂ ਸਾਡੇ ਲਈ ਇਹ ਕਿੰਨਾ ਕੁ ਇੰਪੋਰਟੈਂਟ ਹੈ। ਇੱਥੇ ਅਸੀਂ ਇੱਕ ਕਲੋਨੀ ਦਾ ਨਕਸ਼ਾ ਦੇਖ ਰਹੇ ਹਾਂ, ਜਿਸ ਦੇ ਵਿੱਚ ਇੱਕ ਮੁੱਖ ਸੜਕ ਵਿਖਾਈ ਗਈ ਹੈ, ਜਿਸ ਦੇ ਨਾਲ ਸਟਰੀਟ 1, 2, 3, 4, 5, 6, 7, 8 ਇਸ ਤਰ੍ਹਾਂ 8 ਜਿਹੜੀਆਂ ਵੱਖ-ਵੱਖ ਗਲੀਆਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਹਨ। ਜੇਕਰ ਕਿਸੇ ਮਕਾਨ ਦਾ ਪ੍ਰੋਪਰ ਐਡਰੈਸ ਦੱਸਣਾ ਹੋਵੇ, ਸਹੀ ਐਡਰੈਸ ਦੱਸਣਾ ਹੋਵੇ, ਐਕੂਰੇਟ ਐਡਰੈਸ ਦੱਸਣਾ ਹੋਵੇ ਤਾਂ ਸਾਨੂੰ ਉਸ ਦਾ ਗਲੀ ਨੰਬਰ ਅਤੇ ਮਕਾਨ ਨੰਬਰ ਦੋਵੇਂ ਹੀ ਸਾਨੂੰ ਦੱਸਣੇ ਪੈਣਗੇ ਜਾਂ ਦੋਨੇ ਹੀ ਸਾਨੂੰ ਪਤਾ ਹੋਣੇ ਚਾਹੀਦੇ ਹਨ, ਤਾਂ ਹੀ ਅਸੀਂ ਕਿਸੇ ਮਕਾਨ ਦੇ ਵਿੱਚ ਪਹੁੰਚ ਪਾਵਾਂਗੇ, ਸਹੀ ਐਡਰੈਸ 'ਤੇ ਪਹੁੰਚ ਪਾਵਾਂਗੇ। ਕਿਉਂਕਿ ਇੱਥੇ ਜੇਕਰ ਅਸੀਂ ਦੇਖੀਏ ਤਾਂ ਹਰੇਕ ਸਟਰੀਟ ਦੇ ਵਿੱਚ 1 ਤੋਂ ਲੈ ਕੇ 5 ਤੱਕ ਮਕਾਨ ਜਿਹੜੇ ਹੈਗੇ ਨੇ ਉਹ ਬਣੇ ਹੋਏ ਹਨ। ਉਹ ਸਟਰੀਟ 1 ਦੇ ਵਿੱਚ ਵੀ ਨੇ, 2 'ਚ ਵੀ ਨੇ, 3 'ਚ ਵੀ ਨੇ, 4 'ਚ ਵੀ ਨੇ, ਸਾਰਿਆਂ 'ਚ ਹੀ ਨੇ। ਅਤੇ ਜੇਕਰ ਇਕੱਲੇ ਮਕਾਨ ਨੰਬਰ ਦੇ
ਨਾਲ ਕੋਈ ਬੰਦਾ, ਕੋਈ ਵਿਅਕਤੀ ਕਿਸੇ ਪ੍ਰੋਪਰ ਐਡਰੈਸ 'ਤੇ ਪਹੁੰਚਣਾ ਚਾਹੇ ਤਾਂ ਉਸ ਲਈ ਉਹ ਸੰਭਵ ਨਹੀਂ ਹੋਵੇਗਾ। ਇਸੇ ਤਰ੍ਹਾਂ ਜੇਕਰ ਅਸੀਂ ਇਕੱਲਾ ਸਟਰੀਟ ਨੰਬਰ ਦੱਸ ਦੇਵਾਂਗੇ ਤਾਂ ਵੀ ਉਹ ਜਿਹੜਾ ਵਿਅਕਤੀ ਹੈ ਉਹ ਉੱਥੇ ਨਹੀਂ ਪਹੁੰਚ ਪਾਵੇਗਾ। ਭਾਵ ਸਾਨੂੰ ਸਟਰੀਟ ਨੰਬਰ ਅਤੇ ਮਕਾਨ ਨੰਬਰ ਦੋਨੇ ਹੀ ਸਹੀ ਪਤਾ ਹੋਣਗੇ ਤਾਂ ਹੀ ਅਸੀਂ ਐਕੂਰੇਟ ਐਡਰੈਸ 'ਤੇ ਪਹੁੰਚ ਪਾਵਾਂਗੇ। ਇਹੀ ਸਾਡਾ ਕਾਰਟੀਜ਼ਨ ਸਿਸਟਮ ਹੈਗਾ, ਜਿਸ ਦੇ ਵਿੱਚ ਕਿ ਸਾਡੇ ਕੋਲ ਐਕਸ ਅਤੇ ਵਾਈ ਦੋਵਾਂ ਦੇ ਜੇਕਰ ਨਿਰਦੇਸ਼ਾਂਕ ਸਾਡੇ ਕੋਲ ਸਹੀ ਪਤਾ ਹਨ ਤਾਂ ਹੀ ਅਸੀਂ ਉਸ ਪ੍ਰੋਪਰ ਬਿੰਦੂ ਨੂੰ ਲੋਕੇਟ ਕਰ ਪਾਵਾਂਗੇ। ਇਸੇ ਤਰ੍ਹਾਂ ਇੱਕ ਸਥਿਤੀ ਜਾਂ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਹੈ, ਜਿਸ ਦੇ ਵਿੱਚ ਇੱਕ ਬੱਚੇ ਨੇ ਦੂਸਰੇ ਬੱਚੇ ਨੂੰ ਮਿਲਣਾ ਹੈ ਤੇ ਅਸੀਂ ਦੇਖਦੇ ਹਾਂ ਕਿ ਇੱਥੇ ਵੀ ਅਲੱਗ-ਅਲੱਗ ਸਟਰੀਟਸ ਜਿਹੜੀਆਂ ਹੈਗੀਆਂ ਨੇ, 4 ਸਟਰੀਟਸ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਹਰੇਕ ਸਟਰੀਟ ਦੇ ਵਿੱਚ 9 ਮਕਾਨ ਜਿਨ੍ਹਾਂ ਦੇ ਨੰਬਰ 0 ਤੋਂ ਲੈ ਕੇ 9 ਤੱਕ ਲੱਗੇ ਹੋਏ ਹਨ ਤੇ ਇਸ ਬੱਚੇ ਨੂੰ ਜੇਕਰ ਆਪਣੇ ਫਰੈਂਡ ਦਾ ਜਿਹੜਾ ਘਰ ਹੈਗਾ ਉਹ ਪ੍ਰੋਪਰ ਐਡਰੈਸ ਪਤਾ ਹੋਏਗਾ ਤਾਂ ਹੀ ਇਹ ਬੱਚਾ ਉਸ ਤੱਕ ਪਹੁੰਚ ਪਾਏਗਾ। ਸੋ ਅਸੀਂ ਦੇਖਦੇ ਹਾਂ ਐਨੀਮੇਸ਼ਨ ਦੇ ਜ਼ਰੀਏ ਕਿ ਉਸ ਨੂੰ ਪਤਾ ਸੀ ਕਿ ਉਸ ਨੇ ਸਟਰੀਟ ਨੰਬਰ 3 ਤੇ ਮਕਾਨ ਨੰਬਰ 6 ਦੇ ਵਿੱਚ ਜਾਣਾ ਹੈ ਤੇ ਉਹ ਇਸ ਤਰ੍ਹਾਂ ਆਪਣੇ ਫਰੈਂਡ ਕੋਲ ਪ੍ਰੋਪਰ ਐਡਰੈਸ ਦੇ ਵਿੱਚ ਪਹੁੰਚ ਜਾਂਦਾ ਹੈ। ਇਸ ਸਿਸਟਮ ਦੀ ਹੋਰ ਵਰਤੋਂ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਅਸੀਂ ਦੇਖ ਰਹੇ ਹਾਂ ਇੱਕ ਕਲਾਸ ਦਾ ਲੇਆਊਟ ਦਿੱਤਾ ਗਿਆ ਹੈ, ਜਿਸ ਦੇ ਵਿੱਚ ਅਧਿਆਪਕ ਦੀ ਸਥਿਤੀ ਅਤੇ ਬੱਚਿਆਂ ਦੀ ਸਥਿਤੀ ਜਿਹੜੀ ਹੈਗੀ ਆ ਉਹ ਸਾਨੂੰ ਦਰਸਾਈ ਗਈ ਹੈ। ਤਾਂ ਅਸੀਂ ਇੱਥੇ ਵੀ ਉਹਨਾਂ ਦੀ ਰੋਜ਼ ਅਤੇ ਕਾਲਮਸ ਦੇ ਅਕੋਰਡਿੰਗ ਕਿਸੇ ਬੱਚੇ ਦੀ ਸਥਿਤੀ ਜਿਹੜੀ ਹੈਗੀ ਆ ਉਹ ਲੋਕੇਟ ਕਰ ਸਕਦੇ ਹਾਂ। ਇਸੇ ਤਰ੍ਹਾਂ ਇਹ ਸਿਸਟਮ ਸਿਨੇਮਾ ਘਰਾਂ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਵੀ ਜੇਕਰ ਅਸੀਂ ਕਿਸੇ ਬੋਗੀ ਨੰਬਰ ਤੇ ਉਸ ਤੋਂ ਅੱਗੇ ਆਪਣੇ ਸੀਟ ਨੰਬਰ 'ਤੇ ਜਾਣਾ ਹੈ ਤਾਂ ਹੀ ਅਸੀਂ ਪ੍ਰੋਪਰ, ਜੇ ਸਾਨੂੰ ਉਸ ਦੀ ਸਥਿਤੀ ਦਾ ਗਿਆਨ ਹੋਏਗਾ ਤਾਂ ਹੀ ਅਸੀਂ ਪ੍ਰੋਪਰਲੀ ਆਪਣੀ ਐਕੂਰੇਟ ਸੀਟ ਤੱਕ ਪਹੁੰਚ ਸਕਦੇ ਹਾਂ। ਇਸ ਤੋਂ ਥੋੜ੍ਹਾ ਅੱਗੇ ਵੱਧਦੇ ਹੋਏ ਅਸੀਂ ਇੱਕ ਹੋਰ ਸਥਿਤੀ ਲੈਂਦੇ ਹਾਂ। ਸਾਡੇ ਕੋਲ ਇੱਕ ਕਲੋਨੀ ਦਾ ਨਕਸ਼ਾ ਦਿੱਤਾ ਗਿਆ ਹੈ, ਜਿਸ ਦੇ ਵਿੱਚ ਉਸ ਦੇ 2 ਨੰਬਰ ਗਲੀ ਦੇ ਵਿੱਚੋਂ ਜੋ 3 ਨੰਬਰ ਮਕਾਨ ਹੈ, ਇੱਥੋਂ ਸ਼ੁਰੂ ਕਰਕੇ ਗਲੀ ਨੰਬਰ 4 ਦੇ ਮਕਾਨ ਨੰਬਰ 8 ਤੱਕ ਇੱਕ ਪਾਈਪਲਾਈਨ ਵਿਛਾਈ ਜਾਣੀ ਹੈ। ਸੋ ਇੱਥੇ ਸਾਨੂੰ ਸਿੱਧੀ ਜੋ ਦੂਰੀ ਹੈ ਉਹ ਉਸ ਦੀ ਜ਼ਰੂਰਤ ਹੈ। ਇਹ ਅਸੀਂ ਸਿੱਧੀ ਦੂਰੀ ਸਿੱਧਾ ਫੀਤਾ ਪਾ ਕੇ ਜਾਂ ਕਿਸੇ ਹੋਰ ਢੰਗ ਨਾਲ ਨਹੀਂ ਮਾਪ ਸਕਦੇ, ਕਿਉਂਕਿ ਰਸਤੇ ਦੇ ਵਿੱਚ ਹੋਰ ਮਕਾਨ ਜਾਂ ਕਈ ਤਰ੍ਹਾਂ ਦੀਆਂ ਰੁਕਾਵਟਾਂ ਹਨ। ਸੋ ਸਾਨੂੰ ਜੇ ਪ੍ਰੋਪਰ ਇਸ ਲੋਕੇਸ਼ਨ ਦੇ, ਇਸ ਦੇ ਨਿਰਦੇਸ਼ ਅੰਕ ਪਤਾ ਹੋਣਗੇ ਇਹਨਾਂ ਦੋਵਾਂ ਮਕਾਨਾਂ ਦੇ, ਤਾਂ ਅਸੀਂ ਇਹਨਾਂ ਦੇ ਵਿਚਕਾਰਲੀ ਦੂਰੀ ਜਿਹੜੀ ਸਿੱਧੀ ਦੂਰੀ ਹੈਗੀ ਆ ਉਹ ਜਾਣ ਪਾਵਾਂਗੇ। ਅਸੀਂ ਮੈਥੇਮੈਟਿਕਸ ਦੀ ਵਰਤੋਂ ਦੇ ਨਾਲ ਇਹ ਕਿਵੇਂ ਕਰ ਪਾਵਾਂਗੇ, ਆਓ ਇਸ ਨੂੰ ਜਾਣਦੇ ਹਾਂ। ਇੱਥੇ ਸਾਡੇ ਕੋਲ 2 ਬਿੰਦੂ A ਅਤੇ ਬਿੰਦੂ B ਦਿੱਤੇ ਗਏ ਹਨ। ਅਸੀਂ ਇਹਨਾਂ ਦੇ ਵਿਚਕਾਰਲੀ ਦੂਰੀ ਪਤਾ ਕਰਨੀ ਹੈ। ਇੱਥੇ ਸਾਡੇ ਕੋਲ ਇਹਨਾਂ ਦੇ ਨਿਰਦੇਸ਼ਾਂਕ x1 y1 A ਦੇ ਨਿਰਦੇਸ਼ਾਂਕ ਅਤੇ x2 y2 B ਦੇ ਨਿਰਦੇਸ਼ਾਂਕ ਦਿੱਤੇ ਗਏ ਹਨ। ਅਸੀਂ ਇਹਨਾਂ ਦੀ ਵਰਤੋਂ ਕਰਦੇ ਹੋਏ ਅੱਗੇ ਵਧਣਾ ਹੈ ਤੇ ਇੱਥੇ ਜੇਕਰ ਅਸੀਂ ਧਿਆਨ ਨਾਲ ਵੇਖੀਏ ਤਾਂ x ਧੁਰੇ ਵਾਸਤੇ ਜਾਂ x ਦੇ ਨਿਰਦੇਸ਼ਾਂਕ ਵਾਸਤੇ ਅਸੀਂ ਰੈੱਡ ਕਲਰ ਜਾਂ ਲਾਲ ਰੰਗ ਦੀ ਵਰਤੋਂ ਕੀਤੀ ਹੈ ਅਤੇ y ਵਾਸਤੇ ਅਸੀਂ ਨੀਲੇ ਰੰਗ ਦੀ ਵਰਤੋਂ ਕੀਤੀ ਹੈ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ। ਸਾਡੇ ਕੋਲ ਬਿੰਦੂ A ਅਤੇ ਬਿੰਦੂ B ਦੇ ਨਿਰਦੇਸ਼ਾਂਕ ਕ੍ਰਮਵਾਰ 1,1 ਅਤੇ 5,4 ਦਿੱਤੇ ਗਏ ਹਨ ਤੇ ਸਾਡੇ ਕੋਲ A ਦੇ ਵਿੱਚ ਦੋਵੇਂ x ਅਤੇ y ਦੋਵਾਂ ਦਾ ਮੁੱਲ 1,1 ਹੈ, ਜਦੋਂ ਕਿ B ਦੇ ਵਿੱਚ x ਦਾ ਮੁੱਲ 5 ਅਤੇ y ਦਾ ਮੁੱਲ ਸਾਡੇ ਕੋਲ 4 ਦਿੱਤਾ ਗਿਆ ਹੈ। ਹੁਣ ਅਸੀਂ ਇਸ ਸਥਿਤੀ ਦੇ ਵਿੱਚ A ਅਤੇ B ਦੀ ਸਿੱਧੀ ਦੂਰੀ ਪਤਾ ਕਰਨ ਦੇ ਲਈ ਮੈਥੇਮੈਟਿਕਸ ਦੀ ਵਰਤੋਂ ਕਿਸ ਤਰ੍ਹਾਂ ਕਰਾਂਗੇ। ਅਸੀਂ ਬਿੰਦੂ B ਤੋਂ y ਧੁਰੇ ਦੇ ਸਮਾਂਤਰ ਇੱਕ ਰੇਖਾ ਖਿੱਚਾਂਗੇ ਅਤੇ A ਬਿੰਦੂ ਤੋਂ x ਧੁਰੇ ਦੇ ਸਮਾਂਤਰ ਇੱਕ ਰੇਖਾ ਖਿੱਚਾਂਗੇ, ਜੋ ਕਿ ਆਪਸ ਵਿੱਚ ਬਿੰਦੂ C ਦੇ ਉੱਪਰ ਮਿਲ ਜਾਣਗੇ ਤੇ C ਬਿੰਦੂ ਦੇ ਨਿਰਦੇਸ਼ਾਂਕ ਸਾਡੇ ਕੋਲ ਇਸ ਤਰ੍ਹਾਂ ਪ੍ਰਾਪਤ ਹੋਣਗੇ, ਜਿੱਥੇ ਕਿ
x ਦਾ ਮੁੱਲ 5 ਅਤੇ y ਦਾ ਮੁੱਲ 1 ਹੋਵੇਗਾ। ਤੇ ਇੱਥੇ ਜੇਕਰ ਅਸੀਂ ਇਸ ਨੂੰ ਧਿਆਨ ਨਾਲ ਵੇਖਦੇ ਹਾਂ ਤਾਂ ਸਾਡੇ ਕੋਲ ਇੱਕ ਸਮਕੋਣੀ ਤ੍ਰਿਭੁਜ ABC ਪ੍ਰਾਪਤ ਹੁੰਦੀ ਹੈ, ਜਿਸ ਦਾ C ਕੋਣ ਸਮਕੋਣ ਹੈ। ਤੇ ਇੱਥੇ ਅਸੀਂ AB ਭਾਵ ਇਸ ਦੀ ਸਭ ਤੋਂ ਵੱਡੀ ਭੁਜਾ, ਜਿਸ ਨੂੰ ਅਸੀਂ ਕਰਨ ਵੀ ਆਖਦੇ ਹਾਂ, ਉਸ ਦਾ ਮੁੱਲ ਪਤਾ ਕਰਨਾ ਹੈ। ਤੇ ਅਸੀਂ ਪਾਇਥਾਗੋਰਸ ਥਿਊਰਮ ਤੋਂ ਭਲੀ ਭਾਂਤ ਵਾਕਿਫ ਹਾਂ। ਅਸੀਂ AC ਅਤੇ BC ਦਾ ਮੁੱਲ ਸਾਡੇ ਕੋਲ ਜੋ ਦਿੱਤਾ ਹੈ ਉਸ ਦੀ ਵਰਤੋਂ ਕਰਦੇ ਹੋਏ ਅਸੀਂ AB ਦਾ ਮੁੱਲ ਪਤਾ ਕਰਾਂਗੇ। AC ਦਾ ਮੁੱਲ ਸਾਡੇ ਕੋਲ, ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਹ x ਧੁਰੇ ਦੇ ਸਮਾਨਾਂਤਰ ਇੱਕ ਰੇਖਾ ਹੈ। ਇਸ ਲਈ x ਦੇ ਜਿਹੜੇ ਨਿਰਦੇਸ਼ਾਂਕ ਹਨ ਉਸ ਤੋਂ ਅਸੀਂ ਇਸ ਦਾ ਮੁੱਲ ਪਤਾ ਕਰਾਂਗੇ। ਸਾਡੇ ਕੋਲ C ਬਿੰਦੂ ਉੱਤੇ x 5 ਹੈ ਅਤੇ A ਬਿੰਦੂ ਉੱਤੇ x 1 ਹੈ, ਤਾਂ ਇਹਦਾ ਭਾਵ ਅਸੀਂ ਇਸ ਦਾ ਮੁੱਲ ਪਤਾ ਕਰਨ ਲਈ 5 ਦੇ ਵਿੱਚੋਂ 1 ਘਟਾ ਦੇਵਾਂਗੇ ਤਾਂ ਇਸ ਜੋ AC ਹੈ ਭੁਜਾ, ਉਸ ਦਾ ਮੁੱਲ ਸਾਡੇ ਕੋਲ ਪ੍ਰਾਪਤ ਹੋ ਜਾਵੇਗਾ। ਇਸੇ ਤਰ੍ਹਾਂ BC ਦਾ ਮੁੱਲ ਪਤਾ ਕਰਨ ਲਈ ਅਸੀਂ y ਦੇ ਜੋ y2 ਹੈ ਉਹਦੇ ਵਿੱਚੋਂ ਥੱਲੇ ਵਾਲੀ y ਦਾ ਜੋ ਮੁੱਲ ਹੈਗਾ ਉਹ ਘਟਾ ਦੇਵਾਂਗੇ, ਤਾਂ 4 ਦੇ ਵਿੱਚੋਂ 1 ਘਟਾਉਣ ਤੋਂ ਬਾਅਦ ਸਾਡੇ ਕੋਲ 3 ਯੂਨਿਟ ਪ੍ਰਾਪਤ ਹੋਇਆ। ਤੇ ਹੁਣ ਅਸੀਂ ਇਸ ਦੀ ਵਰਤੋਂ ਕਰਦੇ ਹੋਏ ਪਾਇਥਾਗੋਰਸ ਥਿਊਰਮ ਲਾਵਾਂਗੇ ਅਤੇ ਸਾਡੇ ਕੋਲ ਇਹ ਸੂਤਰ ਪ੍ਰਾਪਤ ਹੋਏਗਾ, ਜਿਸ ਦੇ ਵਿੱਚ AB ਭਾਵ ਕਰਨ, AC ਭਾਵ ਆਧਾਰ, BC ਭਾਵ ਸਾਡੇ ਕੋਲ ਲੰਬ ਹੈ। ਤੇ ਸਾਡੇ ਕੋਲ ਫਾਰਮੂਲਾ ਹੈ ਕਰਨ ਦਾ ਵਰਗ ਬਰਾਬਰ ਹੈ ਆਧਾਰ ਦਾ ਵਰਗ ਜੋੜ ਲੰਬ ਦਾ ਵਰਗ। ਜੇਕਰ ਅਸੀਂ ਦੋਵੇਂ ਪਾਸੇ ਵਰਗਮੂਲ ਲੈਂਦੇ ਹਾਂ ਤਾਂ ਫਾਰਮੂਲਾ ਕੁਝ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਇਸ ਦੇ ਵਿੱਚ ਅਸੀਂ AC ਦਾ ਮੁੱਲ ਜੋ ਕਿ 4 ਹੈ ਅਤੇ BC ਦਾ ਮੁੱਲ ਜੋ ਕਿ 3 ਹੈ ਉਸ ਨੂੰ ਭਰਦੇ ਹਾਂ। 4 ਦਾ ਵਰਗ ਸਾਡੇ ਕੋਲ 16 ਆ ਜਾਂਦਾ ਹੈ। ਇਸੇ ਤਰ੍ਹਾਂ 3 ਦਾ ਵਰਗ ਸਾਡੇ ਕੋਲ 9 ਆ ਜਾਂਦਾ ਹੈ। ਜਦੋਂ ਅਸੀਂ ਇਹਨਾਂ ਨੂੰ ਜੋੜਦੇ ਹਾਂ ਸਾਨੂੰ 25 ਪ੍ਰਾਪਤ ਹੁੰਦਾ ਹੈ। ਜੇਕਰ 25 ਦਾ ਅਸੀਂ ਵਰਗਮੂਲ ਕਰਦੇ ਹਾਂ ਜਦੋਂ, ਤਾਂ ਸਾਡੇ ਕੋਲ 5 ਪ੍ਰਾਪਤ ਹੁੰਦਾ ਹੈ, ਭਾਵ AB ਦੀ ਲੰਬਾਈ ਸਾਡੇ ਕੋਲ ਇੱਥੇ 5 ਯੂਨਿਟ ਆ ਗਈ ਹੈ। ਇਸੇ ਫਾਰਮੂਲੇ ਨੂੰ ਅਸੀਂ ਹੁਣ ਇੱਕ ਵੱਖਰੇ ਢੰਗ ਦੇ ਨਾਲ ਹੱਲ ਕਰਾਂਗੇ ਤਾਂ ਜੋ ਅਸੀਂ ਸਿੱਧੇ ਦੂਰੀ ਸੂਤਰ ਤੱਕ ਪਹੁੰਚ ਸਕੀਏ। ਇੱਥੇ ਅਸੀਂ ਪਾਇਥਾਗੋਰਸ ਵਾਲਾ ਫਾਰਮੂਲਾ ਹੀ ਲਿਖਿਆ ਹੈ, ਜਿਸ ਦੇ ਵਿੱਚ ਕਰਨ ਦਾ ਵਰਗ ਬਰਾਬਰ ਹੈ ਆਧਾਰ ਦਾ ਵਰਗ ਜੋੜ ਲੰਬ ਦਾ ਵਰਗ। ਅਗਲੇ ਸਟੈਪ ਦੇ ਵਿੱਚ ਅਸੀਂ ਦੋਵੇਂ ਪਾਸੇ ਵਰਗਮੂਲ ਕਰ ਲਿਆ ਹੈ ਤਾਂ ਸਾਨੂੰ ਇਸ ਤਰ੍ਹਾਂ ਦਾ ਸੂਤਰ ਪ੍ਰਾਪਤ ਹੋਇਆ ਹੈ ਜਾਂ ਸਟੈਪ ਪ੍ਰਾਪਤ ਹੋਇਆ ਹੈ। ਤੇ ਇਸ ਤੋਂ ਨੈਕਸਟ ਸਟੈਪ ਦੇ ਵਿੱਚ ਅਸੀਂ AC ਦਾ ਮੁੱਲ ਭਰ ਦਿੱਤਾ ਹੈ। AC ਦਾ ਮੁੱਲ ਸਾਡੇ ਕੋਲ 4 ਸੀ, ਜੋ ਕਿ 5 ਵਿੱਚੋਂ 1 ਘਟਾਉਣ ਤੇ ਪ੍ਰਾਪਤ ਹੋਇਆ ਸੀ, ਤਾਂ ਅਸੀਂ 5 - 1 ਹੀ ਲਿਖਿਆ ਹੈ। ਇਸੇ ਤਰ੍ਹਾਂ BC ਦਾ ਮੁੱਲ ਸਾਡੇ ਕੋਲ 3 ਸੀ, ਜੋ ਕਿ 4 ਵਿੱਚੋਂ 1 ਘਟਾਉਣ ਤੇ ਪ੍ਰਾਪਤ ਹੋਇਆ ਸੀ, ਤਾਂ ਅਸੀਂ ਇੱਥੇ ਮੁੱਲ 4 - 1 ਹੀ ਲਿਖਿਆ ਹੈ। ਤੇ ਇਸ ਤਰ੍ਹਾਂ ਇਹਨਾਂ ਦੇ ਅੱਗੇ ਨਿਰਦੇਸ਼ਾਂਕ ਲਿਖ ਦਿੱਤੇ ਹਨ। 5 ਦਾ ਜੋ ਹੈ ਸੀ x2, ਇਸੇ ਤਰ੍ਹਾਂ x1, y2, y1। ਇਸੇ ਤਰ੍ਹਾਂ ਇਹ ਸਾਡੇ ਕੋਲ ਇੱਕ ਜਨਰਲ ਫਾਰਮੂਲਾ, ਜਿਸ ਨੂੰ ਅਸੀਂ ਕਹਿੰਦੇ ਹਾਂ ਡਿਸਟੈਂਸ ਫਾਰਮੂਲਾ, ਪ੍ਰਾਪਤ ਹੋ ਗਿਆ ਹੈ। ਅਸੀਂ ਇਹ ਸਿੱਧਾ ਫਾਰਮੂਲਾ ਵਰਤ ਕੇ ਕਿਸੇ ਵੀ ਦੋ ਬਿੰਦੂਆਂ ਦੀ ਦੂਰੀ ਪਤਾ ਕਰ ਸਕਦੇ ਹਾਂ। ਥੈਂਕਸ।